परम सत्कारयोग साध संगत जी, अपनी अपनी मन बिरत ਨੂੰ ਇਕਾਗਰ ਕਰ ਲਈਏ ਤੇ ਆਖ ਲਈਏ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਦਾ ਵਿਸ਼ਾ ਹੈ ਜਿਸ ਰਾਖੈ ਤਿਸ ਕੋਇ ਨਾ ਮਾਰੈ। ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਬਖਸ਼ਿਸ਼ਾਂ ਵਿੱਚ ਨਾ ਰੰਗ ਭੇਦ ਹੈ, ਨਾ ਜਾਤ ਭੇਦ, ਨਾ ਮਜ਼ਹਬ, ਨਾ ਭੇਦ। ਹਜ਼ੂਰ ਦੀਆਂ ਰਹਿਮਤਾਂ ਜੋ ਆਵੇ ਸੋ ਰਾਜੀ ਜਾਵੇ ਦੀ ਫੁਹਾਰ ਵਾਂਗ ਵਰਸਦੀਆਂ ਹਨ। ਅੱਜ ਦੇਸ਼ ਵਿਦੇਸ਼ ਵਿੱਚ ਪਾਤਸ਼ਾਹ ਜੀ ਨੂੰ ਪਿਆਰ ਮੁਹੱਬਤ ਕਰਨ ਵਾਲੇ ਅਤੇ ਕੁਰਬਾਨ ਜਾਣ ਵਾਲੇ ਵਸਦੇ ਹਨ। ਜੋ ਹਜ਼ੂਰ ਦੀਆਂ ਰਹਿਮਤਾਂ ਦਾ ਜ਼ਿਕਰ ਕਰਦੇ ਹਨ ਤਾਂ ਅੱਖਾਂ 'ਚੋਂ ਵੈਰਾਗ ਤੇ ਅਥਰੂਆਂ ਦੀ ਧਾਰਾ ਵਹਿਣ ਲੱਗਦੀ ਹੈ। ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦਾ ਪਾਤਰ ਗਿਆਨੀ ਸੰਤੋਖ ਸਿੰਘ ਜੀ ਅਤੇ ਬੀਬੀ ਗਿਆਨਣ ਦਾ ਪਰਿਵਾਰ ਨਾਮਧਾਰੀ ਸਮਾਜ ਵਿੱਚ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਇਸ ਗੁਰੂ ਪਿਆਰੇ ਦੰਪਤੀ ਦੇ ਸਪੁੱਤਰ ਮਹਿਤਾਬ ਸਿੰਘ ਦੀ ਸੁਪਤਨੀ ਬੀਬੀ ਕਮਲਜੀਤ ਕੌਰ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਕਰਦੇ ਹਨ ਤਾਂ ਅੱਖਾਂ 'ਚੋਂ ਵੈਰਾਗ ਦੇ ਅਥਰੂਆਂ ਦੀ ਇੱਕ ਨਦੀ ਵਹਿ ਤੁਰਦੀ ਹੈ। ਬੀਬੀ ਕਮਲਜੀਤ ਜੀ ਦੱਸਦੇ ਹਨ ਕਿ ਸਤਿਗੁਰੂ ਜਗਜੀਤ ਸਿੰਘ ਦੀਆਂ ਬਖਸ਼ਿਸ਼ਾਂ ਦਾ ਤਾਂ ਕੋਈ ਪਾਰਾਵਾਰ ਹੀ ਨਹੀਂ। ਇਹ ਜ਼ਿੰਦਗੀ, ਇਹ ਮਨ, ਘਰ-ਬਾਰ, ਧੀਆਂ ਪੁੱਤਰ, ਕਾਰ ਵਿਹਾਰ, ਸੁੱਖ ਸੁਵਿਧਾਵਾਂ ਸਭ ਹਜ਼ੂਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ ਹਨ। ਜਦੋਂ ਅਸੀਂ ਬੈਂਕਾਕ ਵਿੱਚ ਛੋਟੇ ਜਿਹੇ ਘਰ ਵਿੱਚ ਰਿਹਾ ਕਰਦੇ ਸੀ, ਪਾਤਸ਼ਾਹ ਜੀ ਉਸ ਵਕਤ ਵੀ ਸਾਡੇ ਪਰਿਵਾਰ ਨੂੰ ਨਿਵਾਜਦੇ ਤੇ ਸੇਵਾ ਲੈਂਦੇ ਰਹੇ। ਫਿਰ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਮਹੱਲਾ ਮਹਿਲਾਂ ਵਰਗਾ ਘਰ, ਕਾਰ ਵਿਹਾਰ, ਸੁੱਖ ਸੁਵਿਧਾਵਾਂ ਬਖਸ਼ੀਆਂ ਤਾਂ ਵੀ ਬਖਸ਼ਿਸ਼ ਰੱਖੀ। ਅੱਜ ਸਤਿਗੁਰੂ ਉਦੇ ਸਿੰਘ ਜੀ ਵੀ ਉਵੇਂ ਹੀ ਬਖਸ਼ਿਸ਼ਾਂ ਕਰਦੇ ਤੇ ਨਿਵਾਜਦੇ ਹਨ। ਇਵੇਂ ਆਪਣੇ ਮੁਰਸ਼ਦ ਦੇ ਰੰਗ ਵਿੱਚ ਰੰਗਿਆ, ਰੂਹਾਂ ਵਿੱਚ ਵਿਚਰਦਿਆਂ ਮਾਹੌਲ ਹੀ ਇਲਾਹੀ ਰੰਗ ਵਿੱਚ ਰੰਗਿਆ ਜਾਂਦਾ ਹੈ। ਮੈਂ ਬੀਬੀ ਕਵਲਜੀਤ ਤੋਂ ਕਿਸੇ ਇੱਕ ਘਟਨਾ ਦਾ, ਇੱਕ ਬਖਸ਼ਿਸ਼ ਦਾ ਜ਼ਿਕਰ ਸੁਣਨਾ ਚਾਹਿਆ ਤਾਂ ਗੁਰੂ ਪਿਆਰ ਵਿੱਚ ਰੰਗੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਮੁਹੱਬਤ ਕਰਨ ਵਾਲੇ ਉਹਨਾਂ ਇਲਾਹੀ ਯਾਦਾਂ ਨੂੰ ਆਪਣੇ ਹਿਰਦੇ ਵਿੱਚ ਸਮੋ ਰੰਗ ਦਤੜੇ ਹੋਣ ਦਾ ਅਨੁਭਵ ਮਹਿਸੂਸ ਕਰ ਸਕਣ। ਬੀਬੀ ਕਮਲਜੀਤ ਨੇ ਦੱਸਿਆ ਗੱਲ ਤਕਰੀਬਨ 1988 ਈਸਵੀ ਦੀ ਹੋਵੇਗੀ। ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਤੇ ਬਚਨਾਂ ਨਾਲ ਸਾਡਾ ਬੇਟਾ ਮੰਗਲ ਸਿੰਘ ਸਾਡੇ ਕੋਲ ਆ ਗਿਆ ਸੀ ਤੇ ਤਕਰੀਬਨ 3 ਕੁ ਸਾਲ ਦਾ ਹੋਵੇਗਾ। ਮੇਰੀ ਤਬੀਅਤ ਇੱਕਦਮ ਖਰਾਬ ਹੋ ਗਈ। ਉੱਧਰ ਇੰਡੀਆ ਜਾਣ ਵਾਸਤੇ ਪਲੇਨ ਦੀਆਂ ਸੀਟਾਂ ਬੁੱਕ ਕਰਵਾਈਆਂ ਹੋਈਆਂ ਸਨ। 2 ਦਿਨ ਬਾਅਦ ਇੰਡੀਆ ਚਲੇ ਜਾਣਾ ਸੀ। ਮੰਗਲ ਸਿੰਘ ਦੇ ਪਿਤਾ ਜੀ ਤੇ ਹੋਰ ਪਰਿਵਾਰ ਮੈਨੂੰ ਹਸਪਤਾਲ ਲੈਣ ਜਾਣ ਵਾਸਤੇ ਕਾਹਲੇ ਸਨ, ਪਰ ਮੈਂ ਇੰਡੀਆ ਜਾਣ ਵਾਸਤੇ ਬਾਜ਼ਿਦ ਸਾਂ। ਕੁਝ ਓਹੜ-ਪੋਹੜ ਨਾਲ ਹਾਲਤ ਕੁਝ ਸੁਧਰੀ ਤੇ ਠੀਕ ਹੋਈ ਤੇ ਮੈਂ ਪਲੇਨ ਫੜ ਦਿੱਲੀ ਦਾ ਰਾਹ ਲਿਆ। ਏਅਰਪੋਰਟ ਤੇ ਮੇਰਾ ਵੀਰ ਹੀਰਾ ਸਿੰਘ ਮੈਨੂੰ ਲੈਣ ਆਇਆ ਹੋਇਆ ਸੀ। ਮੈਂ ਆਖਿਆ, ਵੀਰ ਜੀ ਪਹਿਲਾਂ ਸ਼੍ਰੀ ਭੈਣੀ ਸਾਹਿਬ ਜਾਣਾ ਹੈ, ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ, ਫਿਰ ਮੰਡੀ ਚੱਲਾਂਗੇ। ਸੋ ਵੀਰ ਨੇ ਗੱਡੀ ਸ਼੍ਰੀ ਭੈਣੀ ਸਾਹਿਬ ਦੇ ਰਾਹੀਂ ਪਾ ਲਈ। ਸ਼੍ਰੀ ਭੈਣੀ ਸਾਹਿਬ ਪਹੁੰਚੇ। ਸਤਿਗੁਰੂ ਜਗਜੀਤ ਸਿੰਘ ਜੀ ਕੋਠੀ ਵਿੱਚ ਬਿਰਾਜਮਾਨ ਸਨ। ਵੀਰ ਤੇ ਮੈਂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਏ। ਚਰਨ ਪਰਸੇ, ਮੱਥਾ ਟੇਕਿਆ। ਪਾਤਸ਼ਾਹ ਜੀ ਨੇ ਸਾਰਿਆਂ ਦਾ ਸੁੱਖ ਸਾਂਦ ਪੁੱਛੀ। ਮੈਨੂੰ ਬੈਠੀ ਨੂੰ ਇੱਕਦਮ ਚੱਕਰ ਆਇਆ ਤੇ ਮੈਂ ਬੇਹੋਸ਼ ਹੋ ਗਈ। ਵੀਰ ਨੇ ਬੈਂਕਾਕ ਵਿੱਚ ਮੇਰੇ ਬਿਮਾਰ ਹੋਣ ਤੇ ਫਿਰ ਇੰਡੀਆ ਆਉਣਾ ਤੇ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਦੱਸ ਤੰਦਰੁਸਤੀ ਲਈ ਅਰਜ਼ ਕੀਤੀ। ਪਾਤਸ਼ਾਹ ਜੀ ਬਚਨ ਕੀਤਾ, ਕਵਲਜੀਤ ਨੂੰ ਮੰਡੀ ਆਪਣੇ ਕੋਲ ਲੈ ਜਾਓ। ਅਸੀਂ ਮੰਡੀ ਆ ਗਏ। ਮੈਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਕਦੇ ਬੁਖਾਰ ਇੰਨਾ ਤੇਜ਼ ਕਿ ਥਰਮਾਮੀਟਰ ਦਾ ਪਾਰਾ 103 104 ਤੱਕ ਚਲੇ ਜਾਣਾ, ਕਦੇ ਆਪਣੇ ਆਪ ਉਤਰ ਜਾਣਾ। ਸਰੀਰ ਕਮਜ਼ੋਰ ਹੋਈ ਜਾਵੇ। ਸਾਰਾ ਦਿਨ ਮੈਂ ਮਿੱਟੀ ਬਣ ਬੈੱਡ ਤੇ ਲੇਟੀ ਰਹਿਣਾ। ਮੇਰੇ ਮਾਤਾ ਜੀ ਸਤਪਾਲ ਕੌਰ ਤੇ ਪਿਤਾ ਜੀ ਸੰਤੋਖ ਸਿੰਘ ਬਹੁਤ ਫਿਕਰਮੰਦ ਹੋਏ। ਪਿਤਾ ਜੀ ਦੀ ਜਾਣ ਪਹਿਚਾਣ ਵਾਲਾ ਡਾਕਟਰ ਸੀ।
ਮੈਨੂੰ ਉਸ ਕੋਲ ਲੈ ਗਏ। ਡਾਕਟਰ ਨੇ ਬਲੱਡ ਲਿਆ, ਕੁਝ ਟੈਸਟ ਕੀਤੇ, ਐਕਸਰੇ ਲਿਆ ਤੇ ਰਿਪੋਰਟਾਂ ਆਉਣ ਤੇ ਦੱਸਿਆ ਕਿ ਬੇਟੀ ਨੂੰ ਟੀਬੀ ਤਾਬਿਤਕ ਦੀ ਸ਼ਿਕਾਇਤ ਹੈ ਤੇ ਲੰਮਾ ਸਮਾਂ ਦਵਾਈ ਖਾਣੀ ਪਏਗੀ। ਡਾਕਟਰ ਦੀ ਲਿਖੀ ਦਵਾਈ ਲੈ ਕੇ ਅਸੀਂ ਘਰ ਆ ਗਏ। ਸ਼੍ਰੀ ਭੈਣੀ ਸਾਹਿਬ ਅੱਸੂ ਦਾ ਪ੍ਰਯੋਗ ਸ਼ੁਰੂ ਹੋਣਾ ਸੀ। ਪਿਤਾ ਜੀ ਵੀਰ ਨੂੰ ਆਖਣ ਲੱਗੇ, ਇਹ ਦਵਾਈ ਇਸ ਤਰ੍ਹਾਂ ਕਵਲਜੀਤ ਨੂੰ ਦਿੰਦੇ ਰਹਿਣਾ। ਅਸੀਂ ਦੋਵੇਂ ਭੈਣੀ ਸਾਹਿਬ ਜਾ ਰਹੇ ਹਾਂ, 2 ਦਿਨ ਤੱਕ ਵਾਪਸ ਆ ਜਾਵਾਂਗੇ। ਸੋ ਪਿਤਾ ਜੀ ਤੇ ਮਾਤਾ ਜੀ ਸ਼੍ਰੀ ਭੈਣੀ ਸਾਹਿਬ ਨੂੰ ਰਵਾਨਾ ਹੋ ਗਏ। ਪਰ ਕੁਝ ਦੇਰ ਬਾਅਦ ਉਹ ਫਿਰ ਵਾਪਸ ਆ ਗਏ। ਆਖਣ ਲੱਗੇ, ਮੈਂ ਸੋਚਿਆ ਕਵਲਜੀਤ ਦੀਆਂ ਰਿਪੋਰਟਾਂ ਨਾਲ ਲੈ ਜਾਵਾਂ। ਚੰਡੀਗੜ੍ਹ ਪੀਜੀਆਈ ਡਾਕਟਰ ਰਜਿੰਦਰ ਕਾਲੜਾ ਮੇਰਾ ਵਾਕਫ ਹੈ, ਉਸ ਨੂੰ ਵਿਖਾਂਦਾ ਜਾਵਾਂਗਾ। ਪਿਤਾ ਜੀ ਤੇ ਮਾਤਾ ਜੀ ਸ਼੍ਰੀ ਭੈਣੀ ਸਾਹਿਬ ਨੂੰ ਚੱਲ ਪਏ ਤੇ ਮੈਂ ਉਸ ਦਵਾਈ ਦੀ ਪਹਿਲੀ ਖੁਰਾਕ ਡਾਕਟਰ ਦੇ ਦੱਸੇ ਮੁਤਾਬਕ ਲੈ ਲਈ। ਦਵਾਈ ਅੰਦਰ ਜਾਣ ਦੀ ਦੇਰ ਸੀ ਕਿ ਮੇਰੀ ਹਾਲਤ ਖਰਾਬ ਹੋਣ ਲੱਗੀ। ਜਿਉਂ ਉਲਟੀਆਂ ਲੱਗੀਆਂ ਬੰਦ ਹੋਣ ਦਾ ਨਾਮ ਹੀ ਨਾ ਲੈਣ। ਮੇਰੇ ਵਿੱਚ ਹਿੰਮਤ ਨਾ ਰਹੀ ਕਿ ਮੈਂ ਉੱਠ ਸਕਾਂ। ਮਿੱਟੀ ਦਾ ਢੇਰ ਬਣੀ ਬੈੱਡ ਤੇ ਮੁੱਦੇ ਮੂੰਹ ਆ ਡਿੱਗ ਪਈ। ਵੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉੱਧਰ ਪਿਤਾ ਜੀ ਤੇ ਮਾਤਾ ਜੀ ਚੰਡੀਗੜ੍ਹ ਪੀਜੀਆਈ ਪਹੁੰਚ ਚੁੱਕੇ ਸਨ। ਉਹਨਾਂ ਡਾਕਟਰ ਕਾਲੜੇ ਨੂੰ ਮੇਰੀਆਂ ਰਿਪੋਰਟਾਂ ਤੇ ਦਵਾਈ ਦੀ ਪਰਚੀ ਦਿਖਾਈ। ਵੇਖ ਕੇ ਡਾਕਟਰ ਆਖਣ ਲੱਗਾ ਕਿ ਦਵਾਈ ਕਿਤੇ ਅਜੇ ਖਾਧੀ ਤਾਂ ਨਹੀਂ। ਪਿਤਾ ਜੀ ਨੇ ਆਖਿਆ, ਅਸੀਂ ਤੇ ਆ ਗਏ ਹਾਂ, ਪਤਾ ਨਹੀਂ ਕੁੜੀ ਨੇ ਖਾ ਲਈ ਹੋਏਗੀ। ਪਰ ਡਾਕਟਰ ਸਾਹਿਬ ਗੱਲ ਕੀ ਹੈ? ਡਾਕਟਰ ਕਾਲੜਾ ਨੇ ਦੱਸਿਆ, ਦਵਾਈ ਰਿਪੋਰਟਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਬੇਟੀ ਨੇ ਜੇ ਦਵਾਈ ਖਾ ਲਈ ਤਾਂ ਉਸ ਦੀ ਹਾਲਤ ਖਰਾਬ ਹੋ ਜਾਣੀ ਹੈ, ਕਿਉਂਕਿ ਇਹ ਦਵਾਈ ਉਸ ਨੂੰ ਰਿਐਕਸ਼ਨ ਕਰੇਗੀ। ਪਿਤਾ ਜੀ ਨੇ ਵੀਰ ਨੂੰ ਟੈਲੀਫੋਨ ਤੇ ਆਖਿਆ, ਕਮਲਜੀਤ ਨੂੰ ਦਵਾਈ ਨਾ ਦੇਣੀ। ਵੀਰ ਨੇ ਦੱਸਿਆ ਕਿ ਉਸਨੇ ਦਵਾਈ ਲੈ ਲਈ ਸੀ ਤੇ ਹਾਲਤ ਬਹੁਤ ਖਰਾਬ ਹੋ ਗਈ ਸੀ। ਸਾਨੂੰ ਤੇ ਹੱਥਾਂ ਪੈਰਾਂ ਦੀ ਪੈ ਗਈ ਸੀ, ਮਸਾਂ ਹੁਣ ਟਿਕੀ ਹੈ। ਹੁਣ ਇਸ ਦਵਾਈ ਵੱਲ ਤਾਂ ਉਹ ਮੂੰਹ ਵੀ ਨਹੀਂ ਕਰੂਗੀ। ਪਿਤਾ ਜੀ ਨੇ ਦੱਸਿਆ ਕਿ ਅਸੀਂ ਵਾਪਸ ਆ ਰਹੇ ਹਾਂ। ਪਿਤਾ ਜੀ ਸ਼ਾਮ ਨੂੰ ਮੰਡੀ ਵਾਪਸ ਆ ਗਏ ਤੇ ਦੂਸਰੇ ਦਿਨ ਸਵੇਰੇ ਮੈਨੂੰ ਲੈ ਕੇ ਚੰਡੀਗੜ੍ਹ ਪੀਜੀਆਈ ਦਾਖਲ ਕਰਵਾ ਦਿੱਤਾ। ਇੱਥੇ ਡਾਕਟਰ ਕਾਲੜੇ ਨੇ ਮੇਰੇ ਸਾਰੇ ਟੈਸਟ ਕੀਤੇ, ਐਕਸਰੇ ਵਗੈਰਾ ਲਏ ਤੇ ਇਲਾਜ ਸ਼ੁਰੂ ਕਰ ਦਿੱਤਾ। ਪਰ ਮੇਰੀ ਹਾਲਤ ਸੀ ਕਿ ਦਿਨ ਬ ਦਿਨ ਵਿਗੜਦੀ ਜਾਂਦੀ। ਰੋਜ਼ ਢੇਰ ਸਾਰੀਆਂ ਗੋਲੀਆਂ ਤੇ ਕੈਪਸੂਲ ਖਾਣੇ ਤੇ 36 ਇੰਜੈਕਸ਼ਨ ਲੱਗਣੇ। ਇਹਨਾਂ ਨੇ ਮੇਰੀਆਂ ਸਾਰੀਆਂ ਨਾੜਾਂ ਵਿੰਨ ਸੁੱਟੀਆਂ। ਐਵੇਂ ਹੀ 20-25 ਦਿਨ ਲੰਘੇ। ਇੱਕ ਦਿਨ ਡਾਕਟਰ ਚੈੱਕਅਪ ਕਰਨ ਵਾਸਤੇ ਸਾਡੇ ਕਮਰੇ ਵਿੱਚ ਆਇਆ। ਸਟੈਥੋ ਨਾਲ ਮੇਰੀ ਛਾਤੀ ਚੈੱਕ ਕੀਤੀ, ਪੇਟ ਵੇਖਿਆ, ਅੱਖਾਂ ਪੁੱਟ ਕੇ ਵੇਖੀਆਂ। ਮੈਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸਾਂ। ਡਾਕਟਰ ਕਾਲੜਾ ਪਿਤਾ ਜੀ ਨੂੰ ਆਖਣ ਲੱਗਾ, ਸਰਦਾਰ ਸਾਹਿਬ, ਸਾਡੇ ਹੱਥੋਂ ਗੱਲ ਨਿਕਲ ਗਈ ਜਾਪਦੀ ਹੈ। ਹੁਣ ਤੇ ਰੱਬ ਹੀ ਰਾਖਾ, 1-2 ਦਿਨ ਦੀ ਖੇਡ ਜਾਪਦੀ ਹੈ। ਮੈਨੂੰ ਇਹ ਗੱਲ ਸੁਣ ਗਈ ਸੀ। ਜਦੋਂ ਡਾਕਟਰ ਕਮਰੇ ਚੋਂ ਬਾਹਰ ਚਲਾ ਗਿਆ ਤਾਂ ਮੈਂ ਇਸ਼ਾਰੇ ਨਾਲ ਪਿਤਾ ਜੀ ਨੂੰ ਕੋਲ ਬੁਲਾਇਆ ਤੇ ਆਖਿਆ, ਪਿਤਾ ਜੀ, ਮੈਂ ਡਾਕਟਰ ਦੀ ਗੱਲ ਸੁਣ ਲਈ ਹੈ। ਹੁਣ ਮੈਂ ਮਰ ਤੇ ਜਾਣਾ ਹੀ ਹੈ। ਮੇਰੀ ਇੱਕ ਇੱਛਾ ਪੂਰੀ ਕਰ ਦਿਓ। ਮੇਰੀ ਗੱਲ ਸੁਣ ਕੇ ਮੇਰੇ ਮਾਤਾ ਤੇ ਪਿਤਾ ਜੀ ਨੇ ਅੱਖਾਂ ਭਰ ਲਈਆਂ ਤੇ ਦਿਲਾਸਾ ਦਿੰਦੇ ਆਖਣ ਲੱਗੇ, ਪੁੱਤਰ, ਕੁਝ ਨਹੀਂ ਹੁੰਦਾ। ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਤੂੰ ਠੀਕ ਹੋ ਜਾਣਾ ਹੈ। ਪਰ ਹਾਂ, ਦੱਸ ਤੇਰੇ ਮਨ ਵਿੱਚ ਕੀ ਗੱਲ ਹੈ? ਮੈਂ ਆਖਿਆ, ਮੈਨੂੰ ਇੱਕ ਵਾਰ ਭੈਣੀ ਸਾਹਿਬ ਲੈ ਚੱਲੋ। ਮੈਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉੱਥੇ ਹੀ ਮਰਾਂਗੀ। ਪਿਤਾ ਜੀ ਨੇ ਡਾਕਟਰ ਨਾਲ ਗੱਲ ਕੀਤੀ। ਡਾਕਟਰ ਆਖਣ ਲੱਗਾ, ਇਵੇਂ ਤਾਂ ਤੁਹਾਨੂੰ ਇੱਥੋਂ ਜਾਣ ਨਹੀਂ ਦੇਣਾ। ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਹਿ ਕੇ ਬਾਹਰ ਲੈ ਜਾਓ ਕਿ ਮਰੀਜ਼ ਜ਼ਰਾ ਪਾਰਕ ਵਿੱਚ ਜਾਣਾ ਚਾਹੁੰਦਾ ਹੈ। ਪਿਤਾ ਜੀ ਨੇ ਐਵੇਂ ਹੀ ਕੀਤਾ। ਗੱਡੀ ਪਹਿਲਾਂ ਹੀ ਤਿਆਰ ਸੀ। ਮੈਨੂੰ ਬਿਠਾ ਕੇ ਸਿੱਧੇ ਸ਼੍ਰੀ ਭੈਣੀ ਸਾਹਿਬ ਆ ਗਏ। ਭੈਣੀ ਸਾਹਿਬ ਬੈਂਕਾਕ ਤੋਂ ਵੀ ਬਹੁਤ ਸੰਗਤ ਆਈ ਹੋਈ ਸੀ, ਪਰ ਮੇਰੇ ਸਰੀਰ ਦੀ ਇੰਨੀ ਮਾੜੀ ਹਾਲਤ ਕਾਰਨ ਕਿਸੇ ਵੀ ਮੈਨੂੰ ਪਹਿਚਾਨਿਆ ਨਹੀਂ। ਕੋਠੀ ਦੇ ਬਾਹਰ ਜਿੱਥੇ ਪੁਰਾਣੀ ਗੈਰਾਜ
ਹੋਇਆ ਕਰਦੀ ਸੀ, ਉੱਥੇ ਮਹਾਰਾਜ ਵੀਰ ਸਿੰਘ ਜੀ ਖੜੇ ਸਨ। ਸਾਨੂੰ ਕੋਠੀ ਵੱਲ ਜਾਣ ਦਾ ਇਸ਼ਾਰਾ ਕਰ ਮਹਾਰਾਜ ਜੀ ਆਪ ਹੀ ਜੀਪ ਚਲਾ ਕੇ ਪਾਤਸ਼ਾਹ ਜੀ ਨੂੰ ਲੈਣ ਚਲੇ ਗਏ, ਜੋ ਉਸ ਵਕਤ ਗਰਾਊਂਡ ਵਿੱਚ ਬੈਡਮਿੰਟਨ ਖੇਡਣ ਗਏ ਹੋਏ ਸਨ। ਸਤਿਗੁਰੂ ਜੀ ਨੂੰ ਕੋਠੀ ਵਿੱਚ ਉਤਾਰ ਲੰਗਰ ਵਿੱਚੋਂ ਮਾਤਾ ਚੰਦ ਕੌਰ ਜੀ ਨੂੰ ਲੈਣ ਚਲੇ ਗਏ। ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠਿਆ ਮੇਰੇ ਮਾਤਾ ਜੀ ਨੇ ਮੰਗਲ ਸਿੰਘ ਵੱਲ ਇਸ਼ਾਰਾ ਕਰਦਿਆਂ ਅਰਜ਼ ਕੀਤੀ, ਪਾਤਸ਼ਾਹ ਜੀ, ਇਹ ਬੱਚਾ ਆਪ ਜੀ ਨੇ ਬਖਸ਼ਿਆ ਹੈ। ਇਸ ਦੀ ਪਰਵਰਿਸ਼ ਲਈ ਇਸ ਦੀ ਮਾਂ ਕਮਲਜੀਤ ਨੂੰ ਵੀ ਜ਼ਿੰਦਗੀ ਬਖਸ਼ੋ। ਨਾਲ ਹੀ ਮੇਰੇ ਮਾਤਾ ਜੀ ਨੇ ਮੇਰੀ ਨੀਵੀਂ ਪਾ ਕੇ ਰੋਂਦੀ ਦੀ ਗਰਦਨ ਹੱਥ ਨਾਲ ਉਤਾਰ ਚੁੱਕੀ ਤੇ ਆਖਿਆ, ਸਾਹਮਣੇ ਵੇਖ ਤੇ ਆਪ ਅਰਜ਼ ਕਰ। ਜਦ ਮੈਂ ਮੂੰਹ ਉਤਾਰ ਚੁੱਕਿਆ ਤਾਂ ਕਿਸੇ ਗੈਬੀ ਪ੍ਰਕਾਸ਼ ਨਾਲ ਮੇਰੀਆਂ ਅੱਖਾਂ ਚੁੰਧਿਆ ਗਈਆਂ। ਪਾਤਸ਼ਾਹ ਜੀ ਮੇਰੇ ਵੱਲ ਵੇਖਿਆ ਤੇ ਬਚਨ ਕੀਤਾ, ਤੈਨੂੰ ਤਾਂ ਹੋਇਆ ਹੀ ਕੁਝ ਨਹੀਂ, ਰੋਂਦੀ ਕਾਹਤੋਂ ਏ? ਤੇ ਫਿਰ ਬਚਨ ਕੀਤਾ, ਡਾਕਟਰ ਮੂਸਾ ਨੂੰ ਬੁਲਾਓ। ਮੇਰੇ ਮਾਤਾ ਜੀ ਨੇ ਆਖਿਆ, ਅਸੀਂ ਤੇ ਕਿਸੇ ਡਾਕਟਰ ਮੂਸੇ ਨੂੰ ਨਹੀਂ ਜਾਣਦੇ, ਸਾਡੇ ਲਈ ਤੇ ਆਪ ਹੀ ਵੱਡੇ ਡਾਕਟਰ ਹੋ, ਹੋਰ ਕੋਈ ਨਹੀਂ, ਆਪ ਹੀ ਕਿਰਪਾ ਕਰੋ। ਇੰਨੇ ਚਿਰ ਨੂੰ ਪਿੱਛੋਂ ਕਿਸੇ ਸੇਵਕ ਨੇ ਆਖਿਆ, ਜੀ ਡਾਕਟਰ ਮੂਸਾ ਤੇ ਅਮਰੀਕਾ ਗਿਆ ਹੋਇਆ ਹੈ। ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ, ਤੁਸੀਂ ਚੰਡੀਗੜ੍ਹ ਉਸੇ ਹਸਪਤਾਲ ਵਿੱਚ ਜਾਣਾ ਹੈ ਤੇ ਜਿਵੇਂ ਡਾਕਟਰ ਕਹਿੰਦੇ ਹਨ ਉਵੇਂ ਹੀ ਇਲਾਜ ਕਰਵਾਉਣਾ ਹੈ। ਸਤਿਗੁਰੂ ਜੀ ਤੋਂ ਹੁਕਮ ਲਿਆ ਸੀ ਵਾਪਸ ਚੰਡੀਗੜ੍ਹ ਨੂੰ ਆਉਣ ਲੱਗੇ ਤਾਂ ਮਾਤਾ ਜੀ ਨੇ ਮੇਰੇ ਮਾਤਾ ਪਿਤਾ ਨੂੰ ਬੁਲਾ ਲਿਆ ਤੇ ਪ੍ਰਸ਼ਾਦਾ ਤੇ ਜਲ ਪਾਣੀ ਛਕਾਇਆ। ਮੈਨੂੰ ਮਾਤਾ ਜੀ ਨੇ ਬਾਂਹ ਫਾੜ ਕੋਲ ਬਿਠਾ ਲਿਆ ਤੇ ਬਹੁਤ ਦਿਲਾਸਾ ਦਿੱਤਾ ਤੇ ਮੇਰਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ ਤੇ ਸਿਰ ਤੇ ਹੱਥ ਫੇਰਨ ਲੱਗੇ। ਬੇਬੇ ਦਲੀਪ ਕੌਰ ਜੀ ਅੰਦਰਲੀ ਲੋਹ ਤੋਂ ਪ੍ਰਸ਼ਾਦਾ ਲੈ ਆਏ ਤੇ ਛੋਟੀ ਛੋਟੀ ਗਰਾਹੀ ਬਣਾ ਕੇ ਮਾਤਾ ਜੀ ਦੀ ਗੋਦੀ ਫਿਰ ਸਿਰ ਰੱਖ ਕੇ ਪਈ ਦੇ ਮੂੰਹ ਵਿੱਚ ਪਾਉਣ ਲੱਗੇ। ਥਾਈਲੈਂਡ ਤੋਂ ਆਉਣ ਤੋਂ ਬਾਅਦ ਮੈਂ ਪਹਿਲੀ ਵਾਰੀ ਸ਼੍ਰੀ ਭੈਣੀ ਸਾਹਿਬ ਅੱਧਾ ਪ੍ਰਸ਼ਾਦਾ ਛਕਿਆ। ਅਸੀਂ ਵਾਪਸ PGI ਆਏ, ਆਪਣੇ ਕਮਰੇ ਵਿੱਚ ਆ ਗਏ। ਤੜਕੇ ਮੇਰੀ ਅੱਖ ਖੁੱਲੀ, ਪਤਾ ਨਹੀਂ ਕਿੱਥੋਂ ਮੇਰੇ ਵਿੱਚ ਬਲ ਆ ਗਿਆ, ਮੈਂ ਆਪੇ ਹੀ ਉੱਠ ਕੇ ਬੈਠ ਗਈ। ਫਿਰ ਹੌਲੀ ਹੌਲੀ ਵਾਸ਼ਰੂਮ ਵਿੱਚ ਚਲੀ ਗਈ। ਮੇਰਾ ਮਨ ਇਸ਼ਨਾਨ ਕਰਨ ਨੂੰ ਕੀਤਾ, ਮੈਂ ਇਸ਼ਨਾਨ ਵੀ ਆਪੇ ਹੀ ਕਰ ਲਿਆ ਤੇ ਬੈੱਡ ਤੇ ਚੌਂਕੜਾ ਮਾਰ ਕੇ ਬੈਠ ਗਈ। ਅਰਦਾਸ ਕੀਤੀ ਤੇ ਮਾਲਾ ਫੜ ਨਿਤਨੇਮ ਸ਼ੁਰੂ ਕਰ ਦਿੱਤਾ। ਸਵੇਰੇ 5 ਵੱਜਣ ਵਾਲੇ ਸਨ। ਨਰਸ ਨੇ ਨੌਕ ਕਰਕੇ ਦਰਵਾਜ਼ਾ ਖੋਲ੍ਹਿਆ। ਮੈਨੂੰ ਬੈਠੀ ਵੇਖ ਕੇ ਡਾਕਟਰ ਸਾਹਿਬ ਕਹਿੰਦੇ ਬਾਹਰ ਨੂੰ ਭੱਜ ਗਈ। ਡਿਊਟੀ ਵਾਲੇ ਡਾਕਟਰ ਨੇ ਸਮਝਿਆ ਭਾਣਾ ਵਾਪਰ ਗਿਆ ਹੈ, ਪਰ ਜਦੋਂ ਉਸਨੇ ਮੈਨੂੰ ਮਾਲਾ ਫੜੀ ਵੇਖਿਆ ਤਾਂ ਹੈਰਾਨ ਹੋਇਆ, ਪੱਥਰ ਦਾ ਬੁੱਤ ਬਣ ਕੇ ਖੜ ਗਿਆ। ਸਵੇਰੇ ਸੀਨੀਅਰ ਡਾਕਟਰ ਆਏ, ਟੈਸਟਾਂ ਲਈ ਮੇਰਾ ਬਲੱਡ ਲਿਆ ਗਿਆ, ਐਕਸਰੇ ਤੇ ਕੁਝ ਹੋਰ ਟੈਸਟ ਹੋਏ। ਜਦੋਂ ਰਿਪੋਰਟਾਂ ਆਈਆਂ ਤਾਂ ਸੀਨੀਅਰ ਡਾਕਟਰ ਮੇਰੇ ਪਿਤਾ ਜੀ ਨੂੰ ਕੋਲ ਬਿਠਾ ਪੁੱਛਣ ਲੱਗੇ, ਸਰਦਾਰ ਸਾਹਿਬ ਸੱਚ ਦੱਸਿਓ, ਕੀ ਕੱਲ ਤੁਸੀਂ ਕਿਤੇ ਗਏ ਸੀ ਤੇ ਕੀ ਕਰਕੇ ਆਇਓ? ਪਿਤਾ ਜੀ ਨੇ ਸਭ ਕੁਝ ਜਿਵੇਂ ਹੋਇਆ ਡਾਕਟਰ ਨੂੰ ਦੱਸ ਦਿੱਤਾ। ਡਾਕਟਰ ਆਖਣ ਲੱਗਾ, ਇਹ ਉਹਨਾਂ ਦੀ ਹੀ ਕਿਰਪਾ ਤੇ ਕਰਾਮਾਤ ਹੀ ਹੈ ਜਿਨ੍ਹਾਂ ਕੋਲ ਤੁਸੀਂ ਗਏ ਸੀ, ਜੋ ਸਾਨੂੰ ਅੱਜ ਦੀਆਂ ਰਿਪੋਰਟਾਂ ਵਿੱਚੋਂ ਮਿਲਿਆ। ਇਹ ਪਹਿਲੀ ਕਿਸੇ ਰਿਪੋਰਟ ਵਿੱਚ ਆਇਆ ਹੀ ਨਹੀਂ। ਤੁਹਾਡੀ ਬੇਟੀ ਦਾ ਸਾਫ਼ ਖੂਨ ਗੰਦੇ ਖੂਨ ਵਿੱਚ ਜਾ ਮਿਲਦਾ ਹੈ ਤੇ ਇਹ ਸਾਰੀਆਂ ਤਕਲੀਫਾਂ ਤੇ ਬਿਮਾਰੀਆਂ ਇਸੇ ਕਾਰਨ ਕਰਕੇ ਹੀ ਹਨ। ਇੱਕ ਆਪਰੇਸ਼ਨ ਹੋਏਗਾ ਤਾਂ ਫਿਰ ਬਿਲਕੁਲ 9/9। ਕਮਲਜੀਤ ਦੱਸ ਰਹੀ ਸੀ, ਦਵਾਈਆਂ ਲੈ ਕੇ ਤੇ ਪਰਹੇਜ਼ ਪੁੱਛ ਕੇ ਅਸੀਂ ਵਾਪਸ ਬੈਂਕਾਕ ਦੀ ਤਿਆਰੀ ਕੀਤੀ ਤਾਂ ਬੈਂਕਾਕ ਹੀ ਆਪਰੇਸ਼ਨ ਕਰਵਾਇਆ ਜਾਵੇ। ਜਾਣ ਤੋਂ ਪਹਿਲਾਂ ਸ਼੍ਰੀ ਭੈਣੀ ਸਾਹਿਬ ਗਏ, ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਾ। ਹਜ਼ੂਰ ਨੇ ਬਚਨ ਕੀਤਾ, ਕਮਲਜੀਤ ਅਜੇ ਤੇਥੋਂ ਬਹੁਤ ਕੰਮ ਲੈਣੇ ਨੇ। ਅੱਜ 36 ਵਰੇ ਬੀਤ ਗਏ ਨੇ। ਇਹ ਜ਼ਿੰਦਗੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਨਾਲ ਹੀ ਮਿਲੇ ਨੇ। ਮੇਰੇ ਆਪਰੇਸ਼ਨ ਦੀ ਇੱਕ ਹੋਰ ਕਹਾਣੀ ਹੈ, ਫਿਰ ਕਦੇ ਸਹੀ। ਧੰਨ ਸਤਿਗੁਰੂ ਜਗਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ।